ਅੱਜ ਕਰਾਂਗੇ ਜੀ 9th ਲੈਸਨ ਜਿਸ ਦਾ ਨਾਮ ਹੈ ਟ੍ਰੈਜ਼ਰ ਹੰਟ। ਟ੍ਰੈਜ਼ਰ ਹੰਟ, ਹਾਂਜੀ। ਟ੍ਰੈਜ਼ਰ ਹੰਟ ਕਰਨ ਤੋਂ ਪਹਿਲਾਂ ਬਹੁਤ ਸਾਰੇ ਵਰਡ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਇੱਥੇ 10 ਵਰਡਸ ਦੇ ਰੱਖੇ ਹੈ। ਇਹ 10 ਵਰਡਸ ਨਾਲ ਕੁਛ ਨਹੀਂ ਬਣਨਾ, ਕਿਉਂਕਿ ਲੈਸਨ ਦੇ ਵਿੱਚ 25 ਤੋਂ ਲੈ ਕੇ 30 ਐਸੇ ਵਰਡ ਹੈ ਜੋ ਬੱਚਿਆਂ ਨੂੰ ਨਹੀਂ ਆਉਂਦੇ ਹੁੰਦੇ। ਬੱਚਿਆਂ ਦੀ ਰੀਡਿੰਗ ਹੈ ਜਿਹੜੀ ਇੰਪਰੂਵ ਨਹੀਂ ਹੁੰਦੀ। ਤਾਂ ਆਪਾਂ ਬਹੁਤ ਸਾਰੇ ਵਰਡਸ ਕਰਾਂਗੇ, ਇਹਨਾਂ 10 ਵਰਡਸ ਨਾਲ ਕੁਛ ਨਹੀਂ ਬਣਨਾ, ਠੀਕ ਹੈ। ਆਓ ਜੀ, ਦੇਖੋ ਲੈਸਨ ਦਾ ਨਾਮ ਹੀ ਟ੍ਰੈਜ਼ਰ ਹੰਟ ਹੈ। ਤਾਂ ਸਭ ਤੋਂ ਪਹਿਲਾਂ ਤਾਂ ਦੇਖੋ, ਕਈ ਬੱਚੇ ਇਹਨੂੰ ਟਰੀਅਰ ਬੋਲ ਦਿੰਦੇ ਆ, ਟਰੈਰ ਬੋਲ ਦਿੰਦੇ ਆ, ਇਹਨੂੰ ਟ੍ਰੈਜ਼ਰ ਬੋਲਣਾ ਹੈ। ਟ੍ਰੈਜ਼ਰ ਵਰਡ ਨੋਟ ਕਰੋ ਜੀ, ਖਜ਼ਾਨਾ। ਹੰਟ ਦਾ ਮੀਨਿੰਗ ਕੀ ਹੁੰਦਾ ਜੀ? ਲੱਭਣਾ, ਖੋਜ, ਖਜ਼ਾਨੇ ਦੀ ਇੱਕ ਖੋਜ, ਠੀਕ ਹੈ। ਤਾਂ ਖਜ਼ਾਨੇ ਦੀ ਖੋਜ, ਅ ਟ੍ਰੈਜ਼ਰ ਹੰਟ। ਹਾਂਜੀ, 2 ਵਰਡ ਨੋਟ ਕਰ ਲਓ ਜੀ ਪਲੀਜ਼। ਇਹਨੂੰ ਆਪਾਂ ਇਹਦੀ ਪੰਜਾਬੀ ਦੇ ਵਿੱਚ ਇਹਦੇ ਸਾਰੇ ਆਨਸਰਸ ਜਾਂ ਹਿੰਦੀ ਦੇ ਵਿੱਚ ਤੁਹਾਨੂੰ ਸਾਰੇ ਆਨਸਰਸ ਦੇਣੇ ਆ। ਇਹ ਵਰਡਸ ਕੋਈ ਵੀ ਲੈਸਨ ਕਰਨ ਤੋਂ ਪਹਿਲਾਂ ਵਰਡਸ ਜ਼ਰੂਰ ਜਿਹੜੇ ਹੈ ਨਾਲ ਨੋਟ ਕਰਿਆ ਕਰੋ। ਹਾਂਜੀ, ਰੀਡਿੰਗ ਕਰਾਂਗੇ। ਲੈਟ ਅਸ ਰੀਡ ਦ ਸਟੋਰੀ ਅ ਟ੍ਰੈਜ਼ਰ ਹੰਟ। ਅ ਟ੍ਰੈਜ਼ਰ ਹੰਟ ਬਹੁਤ ਹੀ ਅੱਛਾ ਲੈਸਨ ਹੈ, ਕਲੀਅਰ ਹੈ। ਤਾਂ ਵਨ ਡੇ ਸਾਗਰ ਵੈਂਟ ਟੂ ਅ ਲਾਇਬ੍ਰੇਰੀ। ਇੱਕ ਵਾਰ ਸਾਗਰ ਹੈ ਜਿਹੜਾ ਉਹ ਲਾਇਬ੍ਰੇਰੀ ਦੇ ਵਿੱਚ ਗਿਆ। ਦੇਖੋ ਇੱਥੇ ਤੁਹਾਨੂੰ 1-2 ਵਰਡ ਤਾਂ ਨੋਟ ਹੋ ਗਏ ਨਾ, ਟ੍ਰੈਜ਼ਰ ਅਤੇ ਹੰਟ। ਇੱਥੇ ਇੱਕ ਤੁਹਾਨੂੰ ਕਰੈਕਟਰ ਆ ਗਿਆ। ਜਿਹੜੇ ਕਰੈਕਟਰ ਨੇ ਇਹ ਵੀ ਫੇਅਰ ਕਾਪੀ 'ਤੇ ਉੱਪਰ ਬਾਕਸ ਬਣਾ ਲਿਆ ਕਰੋ। ਇਹਦੇ ਵਿੱਚ ਕਿਹੜੇ ਕਿਹੜੇ ਪਾਤਰ ਆਏ, ਕਿਹੜੇ ਕਿਹੜੇ ਕਰੈਕਟਰ ਆਏ। ਹਾਂਜੀ, ਜਿਹੜੇ ਕਰੈਕਟਰ ਨੇ ਇਹਨੂੰ ਹਾਈਲਾਈਟ ਕਰ ਲਓ, ਇਹਨੂੰ ਜਾਂ ਸਰਕਲ ਕਰ ਲਓ, ਬਾਅਦ 'ਚ ਨੋਟ ਕਰਨੇ ਆ। ਹਾਂਜੀ, ਕਿੰਨੇ ਬੰਦੇ ਆ ਗਏ ਇਸ ਲੈਸਨ ਦੇ ਵਿੱਚ ਹਾਲੇ ਤੱਕ? ਕਿੰਨੇ ਬੰਦੇ ਆ ਗਏ ਇਸ ਲੈਸਨ ਦੇ ਵਿੱਚ ਹਾਲੇ ਤੱਕ? ਇੱਕ ਬੰਦਾ ਆ ਗਿਆ ਜਿਹਦਾ ਨਾਮ ਕੀ ਹੈ? ਸਾਗਰ। ਵਨ ਡੇ ਸਾਗਰ ਵੈਂਟ ਟੂ ਅ ਲਾਇਬ੍ਰੇਰੀ, ਦੇਅਰ ਹੀ ਫਾਊਂਡ ਐਨ ਐਂਸ਼ੀਅੰਟ ਬੁੱਕ। ਉੱਥੇ ਉਸ ਨੂੰ ਇੱਕ ਪੁਰਾਣੀ ਕਿਤਾਬ ਲੱਭੀ। ਹਾਂਜੀ, ਪਲੀਜ਼ ਇੱਥੇ 2 ਵਰਡ ਨੋਟ ਕਰ ਲਓ ਜੀ, ਫਾਊਂਡ, ਐਂਸ਼ੀਅੰਟ। ਫਾਊਂਡ ਅਤੇ ਐਂਸ਼ੀਅੰਟ, ਕਲੀਅਰ ਹੈ ਜੀ। ਹਾਂਜੀ, ਅੰਡਰਲਾਈਨ ਕਰ ਲਓ, ਨੋਟ ਡਾਊਨ ਨਾ ਕਰੋ, ਅੰਡਰਲਾਈਨ ਕਰ ਲਓ। ਜਦੋਂ ਇੱਕ ਪੈਰਾਗ੍ਰਾਫ ਖਤਮ ਹੋਏਗਾ ਪੂਰਾ, ਫਿਰ ਆਪਾਂ ਨੋਟ ਡਾਊਨ ਫੇਅਰ ਕਾਪੀ 'ਤੇ ਕਰ ਲਾਂਗੇ ਜੀ। ਹਾਂਜੀ, ਫਾਊਂਡ ਕਰ ਲਿਆ, ਐਂਸ਼ੀਅੰਟ ਕਰ ਲਿਆ। ਇਹਦੀ ਪੰਜਾਬੀ ਤੁਹਾਨੂੰ ਦੱਸਦੇ ਹਾਂ। ਫਾਊਂਡ ਮੀਨਿੰਗ ਲੱਭਿਆ ਅਤੇ ਐਂਸ਼ੀਅੰਟ ਦਾ ਮੀਨਿੰਗ ਪੁਰਾਣੀ, ਠੀਕ ਹੈ। ਅਗਰ ਰਫ ਕਾਪੀ 'ਤੇ ਕਰ ਰਹੇ ਹੋ ਕੋਈ ਗੱਲ ਨਹੀਂ, ਫਟਾਫਟ ਜਿਹੜੀ ਮਰਜ਼ੀ ਰਾਈਟਿੰਗ 'ਚ ਲਿਖ ਦਿਓ, ਹੈ ਨਾ। ਫਿਰ ਕਾਪੀ 'ਤੇ ਸਾਫ਼ ਹੀ ਲਿਖੀ ਦਾ ਹੁੰਦਾ, ਕਲੀਅਰ ਹੈ। ਨੈਕਸਟ ਆਪਾਂ ਚੱਲਾਂਗੇ ਜੀ, ਹੀ ਫਲਿਪ ਥਰੂ ਦ ਪੇਜਸ ਆਫ ਦ ਬੁੱਕ। ਦੇਖੋ ਕੋਈ ਆਪਾਂ ਜਦੋਂ ਬੁੱਕ ਖੋਲ੍ਹਦੇ ਹਾਂ ਤਾਂ ਫਟਾਫਟ ਆਪਾਂ ਉਹਦੇ ਪੇਜ ਫਰੋਲਦੇ ਹਾਂ, ਕਿਤੇ ਕੀ ਦੇ ਰੱਖਿਆ। ਹੀ ਫਲਿਪਡ ਥਰੂ ਦ ਪੇਜਸ ਆਫ ਦ ਬੁੱਕ। ਤਾਂ ਉਸਨੇ ਕੀ ਕੀਤਾ? ਫਟਾਫਟ ਪੇਜ ਫਰੋਲੇ ਉਸ ਬੁੱਕ ਦੇ, ਕਿ ਕਿਤੇ ਕਿਤੇ ਪਿਕਚਰਸ ਨੇ, ਹੈ ਨਾ। ਹਾਂਜੀ, ਫਲਿਪ ਨੋਟ ਕਰ ਲਓ ਜੀ। ਫਲਿਪ ਕੀ ਹੁੰਦਾ? ਪੇਜ ਪਰਤਣਾ, ਪੇਜ ਖੋਲ੍ਹਣਾ। ਫਲਿਪ ਨੂੰ ਅੰਡਰਲਾਈਨ ਕਰ ਲਓ, ਬਾਅਦ 'ਚ ਆਪਣੀ ਨੋਟਬੁੱਕ 'ਤੇ ਲਿਖ ਲਿਓ, ਕਿਉਂਕਿ ਇੰਨੀ ਸਪੀਡ ਨਾਲ ਅਗਰ ਤੁਸੀਂ ਲਿਖਣ ਲੱਗ ਗਏ ਤੁਹਾਨੂੰ ਲੈਸਨ ਨਹੀਂ ਸਮਝ ਆਉਣਾ, ਠੀਕ ਹੈ। ਬਾਅਦ 'ਚ ਨੋਟ ਕਰ ਲਿਓ, ਚਾਹੇ ਵੀਡੀਓ ਨੂੰ ਵਾਰ ਚਲਾ ਕੇ ਦੇਖ ਲਿਓ। ਤਾਂ ਉਸਨੇ ਪੇਜ ਫਰੋਲਣੇ ਸ਼ੁਰੂ ਕਰਤੇ। ਇਨ ਦ ਬੁੱਕ ਹੀ ਸੋ ਅ ਬਿਗ ਸ਼ੀਟ ਫੋਲਡਡ ਨੀਟਲੀ। ਬੁੱਕ ਦੇ ਵਿੱਚ ਉਸਨੂੰ ਇੱਕ ਸ਼ੀਟ ਮਿਲੀ। ਉਸਨੂੰ ਕੀ ਮਿਲੀ? ਇੱਕ ਸ਼ੀਟ ਮਿਲੀ ਜਿਸ ਨੂੰ ਤਹਿ ਲਾਈ ਹੋਈ ਸੀ, ਫੋਲਡਡ ਨੀਟਲੀ। ਹਾਂਜੀ, ਨੋਟ ਡਾਊਨ ਕਰ ਲਓ ਜੀ। ਬੜੇ ਸਫਾਈ ਨਾਲ ਤਹਿ ਲਾਈ ਹੋਈ ਸੀ। ਕੀ ਹੁੰਦਾ? ਨੀਟਲੀ। ਹਾਂਜੀ, 6ਵਾਂ ਜਾਂ 7ਵਾਂ ਜਿਹੜਾ ਵੀ ਤੁਹਾਡਾ ਵਰਡ ਆ ਰਿਹਾ ਨੋਟ ਕਰ ਲਿਓ ਜੀ, ਨੀਟਲੀ। ਇੱਕ ਨੋਟ ਕਰ ਸਕਦੇ ਹੋ, ਤਹਿ ਲਾਣਾ, ਫੋਲਡਡ, ਠੀਕ ਹੈ। ਫੋਲਡ ਹੁੰਦਾ ਵੈਸੇ। ਹੀ ਓਪਨ ਦ ਸ਼ੀਟ, ਉਸਨੇ ਉਸ ਸ਼ੀਟ ਨੂੰ ਖੋਲ੍ਹਿਆ। ਐਂਡ ਸੋ ਡੈਟ ਇਟ ਵਾਜ਼ ਅ ਟ੍ਰੈਜ਼ਰ ਮੈਪ। ਅਤੇ ਉਸਨੇ ਦੇਖਿਆ ਕਿ ਇਹ ਸ਼ੀਟ ਤਾਂ ਖਜ਼ਾਨੇ ਦਾ ਮੈਪ ਹੈ। ਇਹ ਸ਼ੀਟ ਤਾਂ ਖਜ਼ਾਨੇ ਦਾ ਮੈਪ ਹੈ, ਸਾਨੂੰ ਖਜ਼ਾਨੇ ਵੱਲ ਲੈ ਕੇ ਜਾਏਗੀ। ਇਟ ਵਾਜ਼ ਅ ਟ੍ਰੈਜ਼ਰ ਮੈਪ। ਹੁर्रे, ਬੜਾ ਖੁਸ਼ ਹੋਇਆ ਉਹ। ਹੁर्रे ਇੱਕ ਖੁਸ਼ੀ ਜ਼ਾਹਿਰ ਕਰਨ ਵਾਸਤੇ ਆਪਾਂ ਹੁर्रे ਯੂਜ਼ ਕਰਦੇ ਹਾਂ। ਆਈ ਐਮ ਗੋਇੰਗ ਟੂ ਫਾਈਂਡ ਦਿਸ ਟ੍ਰੈਜ਼ਰ। ਮੈਂ ਇਸ ਖਜ਼ਾਨੇ ਨੂੰ ਲੱਭ ਲਵਾਂਗਾ ਅਤੇ ਬਹੁਤ ਮਜ਼ਾ ਆਏਗਾ। ਵੀਡੀਓ ਦੁਬਾਰਾ ਸੁਣ ਲਿਓ। ਹਾਂਜੀ, ਦੇਖੋ ਜੀ ਪਲੀਜ਼, ਬੜਾ ਖੁਸ਼ ਹੋਇਆ ਉਹ। ਆਈ ਐਮ ਗੋਇੰਗ ਟੂ ਫਾਈਂਡ ਦਿਸ ਟ੍ਰੈਜ਼ਰ। ਮੈਂ ਇਹ ਖਜ਼ਾਨਾ ਲੱਭਾਂਗਾ ਅਤੇ ਬਹੁਤ ਮਜ਼ਾ ਆਏਗਾ। ਉਸਨੇ ਆਪਣੇ ਆਪ ਨੂੰ ਕਿਹਾ। ਕਿਸਨੇ ਆਪਣੇ ਆਪ ਨੂੰ ਕਿਹਾ? ਹਾਂਜੀ, ਮਨ 'ਚ ਸੋਚ ਲਿਆ ਹੋਣਾ, ਸਾਗਰ ਨੇ। ਸਾਗਰ ਸੈਟ ਆਫ ਦ ਟ੍ਰੈਜ਼ਰ ਹੰਟ। ਹਾਂਜੀ, ਉਰੇ ਸੈਟ ਆਫ ਨੂੰ ਅੰਡਰਲਾਈਨ ਕਰ ਲਓ ਜੀ, ਯਾਨੀ ਕਿ ਤੁਸੀਂ ਕਾਪੀ 'ਤੇ ਸੈਟ ਆਫ ਨਿਕਲ ਪੈਣਾ। ਉਹ ਖਜ਼ਾਨਾ ਲੱਭਣ ਦੇ ਲਈ
निकल पिया। ही वॉक एंड फाइनली रीच द फॉरेस्ट। ਉਹ ਤੁਰਦਾ ਗਿਆ ਤੇ ਅੰਤ ਵਿੱਚ ਉਹ ਕਿੱਥੇ ਪਹੁੰਚਿਆ? ਇੱਕ ਫੋਰੈਸਟ ਦੇ ਵਿੱਚ ਪਹੁੰਚ। ਹਾਂਜੀ ਪਲੀਜ਼ ਦੇਖੋ, ਤਾਂ ਉਹ ਨਿਕਲ ਪਿਆ ਖਜ਼ਾਨਾ ਲੱਭਣ ਦੇ ਲਈ। ਉਹ ਚੱਲਦਾ ਗਿਆ ਐਂਡ ਫਾਈਨਲੀ ਹੀ ਰੀਚ ਦ ਫੋਰੈਸਟ। ਉਹ ਇੱਕ ਜੰਗਲ ਦੇ ਵਿੱਚ ਪਹੁੰਚਿਆ। ਹੌਲੀ ਹੌਲੀ ਸਭ ਨੂੰ ਕਹਾਣੀ ਸਮਝ ਆ ਰਹੀ ਹੈ। ਇਨ ਦੀ ਫੋਰੈਸਟ ਹੀ ਮੈਟ ਅ ਲਾਇਨ। ਜੰਗਲ ਦੇ ਵਿੱਚ ਉਹ ਕਿਸ ਨੂੰ ਮਿਲਿਆ? ਇੱਕ ਸ਼ੇਰ ਨੂੰ ਮਿਲਿਆ। ਵਾਰ-ਵਾਰ ਇਸ ਵੀਡੀਓ ਨੂੰ ਦੇਖੋ, ਵਾਰ-ਵਾਰ ਸੁਣੋ, ਤੁਹਾਨੂੰ ਇੰਗਲਿਸ਼ ਵੀ ਪੜ੍ਹਨੀ ਆ ਜਾਏਗੀ। ਇਨ ਦੀ ਫੋਰੈਸਟ ਹੀ ਮੈਟ ਅ ਲਾਇਨ। ਉਹ ਇੱਕ ਸ਼ੇਰ ਨੂੰ ਮਿਲਿਆ। ਯੂ ਆਰ ਸਟਰੋਂਗ ਐਂਡ ਬਰੇਵ। ਤੂੰ ਬੜਾ ਬਹਾਦਰ ਹੈ। ਹਾਂਜੀ, ਸਟਰੋਂਗ ਨੋਟ ਕਰ ਲਓ, ਬਰੇਵ ਨੋਟ ਕਰ ਲਓ, ਠੀਕ ਹੈ। ਤੂੰ ਬੜਾ ਤਾਕਤਵਰ ਹੈ, ਤੂੰ ਬੜਾ ਬਹਾਦਰ ਹੈ। ਆਈ ਐਮ ਗੋਇੰਗ ਔਨ ਅ ਟ੍ਰੈਜ਼ਰ ਹੰਟ। ਮੈਂ ਖਜ਼ਾਨੇ ਦੀ ਭਾਲ ਵਿੱਚ ਜਾ ਰਿਹਾ ਹਾਂ, ਖਜ਼ਾਨੇ ਦੀ ਖੋਜ ਵਿੱਚ ਜਾ ਰਿਹਾ ਹਾਂ। ਵਿਲ ਯੂ ਕਮ ਵਿਦ ਮੀ? ਤਾਂ ਸਾਗਰ ਨੇ ਕਿਹਾ ਲਾਇਨ ਨੂੰ, ਮੇਰੇ ਨਾਲ ਆਏਗਾ? ਲਾਇਨ ਮੰਨ ਗਿਆ। ਦ ਲਾਇਨ ਐਗਰੀ ਟੂ ਗੋ ਵਿਦ ਹਿਮ। ਅਗਰੀ ਨੋਟ ਕਰ ਲਓ, ਅਗਰੀਡ ਟੂ ਗੋ ਵਿਦ ਹਿਮ। ਹਾਂਜੀ, ਅਗਰੀਡ ਨੋਟ ਕਰ ਲਿਆ ਜੀ। ਦੇ ਬੋਥ ਵੈਂਟ ਇਨਟੂ ਦ ਫੋਰੈਸਟ। ਦੋਨੋਂ ਜੰਗਲ ਵਿੱਚ ਚਲੇ ਗਏ। ਹਾਂਜੀ, ਨੋਟ ਕਰ ਲਓ ਜੀ। ਡੈਂਸ ਐਂਡ ਡਾਰਕ ਇਕੱਠਾ ਆਏਗਾ ਵਰਡ ਏ, ਅੰਡਰਲਾਈਨ ਕਰ ਲਓ। ਡੈਂਸ ਐਂਡ ਡਾਰਕ। ਹਾਂਜੀ, ਫੇਅਰ ਕਾਪੀ 'ਤੇ ਡੈਂਸ ਐਂਡ ਡਾਰਕ ਕੀ ਹੁੰਦਾ? ਘਣੇ ਜੰਗਲ। ਜਿਹੜਾ ਜੰਗਲ ਸੀ ਉਹ ਬਹੁਤ ਘਣਾ ਸੀ। ਜੰਗਲ ਸੀ ਉਹ ਬਹੁਤ ਘਣਾ ਸੀ। ਦੇਖੋ ਕਰੈਕਟਰ ਦੇ ਵਿੱਚ ਲਵਾਈਨ ਨੂੰ ਵੀ ਐਜ਼ ਅ ਕਰੈਕਟਰ ਲੈ ਰੱਖਿਆ, ਲਾਈਨ ਨੂੰ, ਠੀਕ ਹੈ। ਲਾਈਨ ਬੋਲਦੇ ਆ ਇਹਨੂੰ, ਤੁਸੀਂ ਲਵਾਈਨ ਨਹੀਂ ਕਹਿਣਾ, ਲਾਈਨ। ਲਾਈਨ ਨੂੰ ਐਜ਼ ਅ ਕਰੈਕਟਰ ਲੈ ਰੱਖਿਆ, ਤਾਂ ਲਾਈਨ ਆਪਣਾ ਦੂਜਾ ਕਰੈਕਟਰ ਆ ਚੁੱਕਿਆ। ਪਹਿਲਾ ਸਾਗਰ ਆਇਆ, ਦੂਜਾ ਲਾਈਨ ਆਇਆ। ਐਨੀਮਲ ਨੂੰ ਐਜ਼ ਅ ਕਰੈਕਟਰ ਯੂਜ਼ ਕਰਿਆ ਹੋਇਆ। ਦ ਲਾਈਨ ਅਗਰੀ ਟੂ ਗੋ ਵਿਦ ਹਿਮ। ਦੇ ਬੋਥ ਵੈਂਟ ਇਨ ਦ ਫੋਰੈਸਟ। ਦੋਨੋਂ ਜੰਗਲ ਵਿੱਚ ਗਏ। ਫੋਰੈਸਟ ਬੜਾ, ਜੰਗਲ ਬਹੁਤ ਹੀ ਘਣਾ ਸੀ। ਸਾਗਰ ਵੋਜ਼ ਸਕੇਅਰਡ। ਹਾਂਜੀ ਦੇਖੋ, ਤੁਹਾਨੂੰ ਪਤਾ ਹੀ ਹੈ ਹੁਣ, ਸਕੇਅਰਡ ਵਰਡ ਤਾਂ ਨੋਟ ਕਰਨਾ ਹੀ ਪਏਗਾ। ਜਿਹੜਾ ਸਾਗਰ ਸੀ ਉਹ ਡਰ ਗਿਆ। ਬਟ ਦੇ ਕ੍ਰੋਸ ਦ ਫੋਰੈਸਟ ਈਜ਼ਲੀ ਬਿਕਾਜ਼ ਦ ਲਾਇਨ ਵਾਜ਼ ਬਾਈ ਹਿਜ਼ ਸਾਈਡ। ਪਰ ਉਹਨਾਂ ਨੇ ਬਹੁਤ ਹੀ ਈਜ਼ਲੀ ਉਸ ਜੰਗਲ ਨੂੰ ਪਾਰ ਕਰ ਲਿਆ, ਕਿਉਂਕਿ ਜਿਹੜਾ ਸ਼ੇਰ ਸੀ ਉਹ ਉਹਦੇ ਨਾਲ ਸੀ। ਹਾਂਜੀ ਪਲੀਜ਼, ਕ੍ਰੋਸ ਹੈ, ਪਾਰ ਕਰਨਾ ਕੀ ਹੁੰਦਾ? ਕ੍ਰੋਸ। ਬਟ ਦੇ ਕ੍ਰੋਸ ਦ ਫੋਰੈਸਟ। ਪਰ ਉਹਨਾਂ ਨੇ ਈਜ਼ਲੀ ਜੰਗਲ ਨੂੰ ਪਾਰ ਕਰ ਲਿਆ, ਕਿਉਂਕਿ ਸ਼ੇਰ ਉਸ ਦੇ ਨਾਲ ਸੀ, ਸਾਗਰ ਦੇ ਨਾਲ ਸੀ। ਦੈਨ ਦ ਟੂ ਆਫ ਦੈਮ ਰੀਚਡ ਮਾਊਂਟੇਨ। ਤਾਂ ਦੋਨੋਂ ਫਿਰ ਕਿੱਥੇ ਪਹੁੰਚੇ? ਇੱਕ ਪਹਾੜ 'ਤੇ ਪਹੁੰਚੇ। ਮਾਊਂਟੇਨ ਅੰਡਰਲਾਈਨ ਕਰ ਲਓ ਜੀ। ਦੇਅਰ ਦੇ ਮੈਟ ਐਨ ਈਗਲ। ਉੱਥੇ ਉਹ ਇੱਕ ਈਗਲ ਨੂੰ ਮਿਲੇ। ਯੂ ਹੈਵ ਐਕਸੀਲੈਂਟ ਆਈਸਾਈਟ। ਈਗਲ ਦੀ ਜਿਹੜੀ ਆਈਸਾਈਟ ਹੁੰਦੀ ਹੈ ਉਹ ਬਹੁਤ ਹੀ, ਆਈਸਾਈਟ ਨੋਟ ਕਰ ਲਓ ਜੀ। ਆਈਸਾਈਟ ਕੀ ਹੁੰਦਾ? ਅੱਖਾਂ ਦੀ ਰੋਸ਼ਨੀ, ਠੀਕ ਹੈ। ਐਕਸੀਲੈਂਟ ਵੀ ਨੋਟ ਕਰ ਲਓ। ਐਕਸੀਲੈਂਟ ਹੁੰਦਾ ਸ਼ਾਨਦਾਰ ਸੀ ਹੁੰਦੀ ਹੈ। ਈਗਲ ਬੜੀ ਤੇਜ਼ੀ ਨਾਲ ਦੇਖ ਸਕਦੀ ਹੈ। ਯੂ ਕੈਨ ਅਲਰਟ ਅਸ ਟੂ ਡੇਂਜਰਸ। ਅੱਗੇ ਜੇ ਕੋਈ ਵੀ ਖਤਰਾ ਆਏਗਾ ਤੂੰ ਸਾਨੂੰ ਦੱਸ ਦੇਈਂ। ਤੀਜਾ ਕਰੈਕਟਰ ਆ ਰਿਹਾ ਜੀ। ਈਗਲ ਨੂੰ ਤੁਸੀਂ ਐਨ ਸਰਕਲ ਕਰ ਲਓ, ਗੋਲ 'ਚ ਘਾਰਾ ਮਾਰ ਲਓ। ਈਗਲ ਦੇ ਤੀਜਾ ਕਰੈਕਟਰ ਆ ਰਿਹਾ ਕਹਾਣੀ ਦੇ ਵਿੱਚ। ਸਾਗਰ ਆ ਗਿਆ, ਲਾਇਨ ਆ ਗਿਆ, ਈਗਲ ਆ ਗਈ, ਠੀਕ ਹੈ। ਫਿਰ ਵੀ ਆਰ ਲੁਕਿੰਗ ਫॉर ਟ੍ਰੈਜ਼ਰ। ਤਾਂ ਉਹਨਾਂ ਨੇ ਕਿਹਾ, ਲਾਇਨ ਅਤੇ ਸਾਗਰ ਨੇ ਕਿਹਾ, ਅਸੀਂ ਖਜ਼ਾਨਾ ਦੀ ਭਾਲ 'ਚ ਜਾ ਰਹੇ ਹਾਂ ਜਾਂ ਖਜ਼ਾਨਾ ਲੱਭ ਰਹੇ ਹਾਂ, ਕੀ ਤੂੰ ਸਾਡੇ ਨਾਲ ਆਏਂਗੀ? ਠੀਕ ਹੈ, ਸਾਗਰ ਨੇ ਈਗਲ ਨੂੰ ਕਿਹਾ ਕਿ ਤੂੰ ਸਾਡੇ ਨਾਲ ਆਏਂਗੀ, ਠੀਕ ਹੈ। ਦ ਈਗਲ ਐਗਰੀਡ ਐਂਡ ਜੁਆਇਨ ਦ ਟੂ। ਈਗਲ ਐਗਰੀ ਹੋ ਗਈ ਅਤੇ ਉਹ ਲਾਇਨ ਅਤੇ ਸਾਗਰ ਨਾਲ ਮਿਲ ਗਈ, ਸ਼ਾਮਿਲ ਹੋ ਗਈ ਜੀ। ਹਾਂਜੀ, ਨੈਕਸਟ ਆ ਰਿਹਾ ਜੀ ਪਲੀਜ਼। ਦ ਈਗਲ ਦੀ ਮਾਊਂਟੇਨਸ ਵਰ ਟੋਲ ਐਂਡ ਕ੍ਰੈਗੀ। ਹਾਂਜੀ, ਇਹ 'ਤੇ ਇੱਕ ਵਰਡ ਨੋਟ ਕਰੋ ਜੀ, ਕ੍ਰੈਗੀ। ਕ੍ਰੈਗੀ ਕੀ ਹੁੰਦਾ ਜੀ? ਕ੍ਰੈਗੀ ਹੁੰਦਾ ਬੇਟਾ, ਸਿੱਧੇ ਨਹੀਂ ਹੁੰਦੇ ਪਹਾੜਾਂ 'ਚ ਆਪਾਂ ਜਾਂਦੇ ਹਾਂ, ਉਬੜ ਖਾਬੜ ਹੁੰਦੇ ਹੈ ਨਾ, ਠੀਕ ਹੈ। ਕ੍ਰੈਗੀ ਵਰਡ ਨੋਟ ਕਰ ਲਓ ਜੀ। ਦ ਮਾਊਂਟੇਨਸ ਵਰ ਟੋਲ। ਬਹੁਤ ਵੱਡੇ ਵੱਡੇ ਮਾਊਂਟੇਨਸ ਹਨ ਅਤੇ ਬਹੁਤ ਹੀ ਜ਼ਿਆਦਾ ਉਬੜ ਖਾਬੜ ਰਸਤਾ ਸੀ। ਦ ਲਾਇਨ ਸਲਿਪਡ ਔਨ ਦ ਮਾਊਂਟੇਨ। ਇੱਕ ਵਾਰ ਤਾਂ ਸ਼ੇਰ ਹੈ ਜਿਹੜਾ ਫਿਸਲ ਹੀ ਗਿਆ। ਹਾਂਜੀ, ਸਲਿੱਪ ਨੋਟ ਕਰ ਲਓ ਜੀ। ਬੱਚਿਆਂ ਨੂੰ ਸਲੀਪ ਅਤੇ ਸਲਿੱਪ ਦਾ ਨਹੀਂ ਪਤਾ ਹੁੰਦਾ, ਸਲਿੱਪ ਵੀ ਨੋਟ ਕਰਵਾਉਣਾ ਜੀ, ਠੀਕ ਹੈ। ਦ ਲਾਇਨ ਸਲਿਪਡ ਔਨ ਦ ਮਾਊਂਟੇਨ। ਇੱਕ ਵਾਰ ਤਾਂ ਸ਼ੇਰ ਹੈ ਵਿਚਾਰਾ, ਉਹ ਪਹਾੜਾਂ 'ਤੇ ਫਿਸਲ ਹੀ ਗਿਆ ਸੀ। ਬਟ ਸਾਗਰ ਕੁਇਕਲੀ ਕੋਟ ਹਿਮ। ਸਾਗਰ ਨੇ ਉਸ ਨੂੰ ਪਕੜ ਲਿਆ ਅਤੇ ਆਪਣਾ ਹੱਥ ਦੇ ਕੇ ਬਚਾ ਲਿਆ, ਗੇਵ ਹਿਮ ਅ ਹੈਂਡ। ਦ ਲਾਇਨ ਥੈਂਕ ਸਾਗਰ ਵੈਨ ਹੀ ਪੁਲਡ ਹਿਮ ਅਪ। ਲਾਇਨ ਨੇ ਸਾਗਰ ਦਾ ਧੰਨਵਾਦ ਕੀਤਾ। ਹਾਂਜੀ ਪਲੀਜ਼, ਤਾਂ ਉਹਨੇ
बहुत बहुत थैंक यू किया ਉਹਦਾ, ठीक है, सॉरी फॉर द इंटरप्शन। ਤਾਂ ਉਹਨੇ ਲਾਈਨ ਨੇ ਥੈਂਕ ਕੀਤਾ ਸਾਗਰ ਦਾ। ਈਗਲ ਵੋਚਡ ਐਵਰੀ ਸਟੈਪ ਦੇ ਟੁੱਕ ਵਿਦ ਸ਼ਾਰਪ ਆਈਜ਼। ਜਿਵੇਂ ਜਿਵੇਂ ਉਹ ਚੱਲਦੇ ਜਾ ਰਹੇ ਸੀ, ਈਗਲ ਆਪਣੀ ਸ਼ਾਰਪ, ਨੋਟ ਕਰ ਲਓ ਜੀ, ਸ਼ਾਰਪ ਆਈਜ਼ ਕੀ ਹੁੰਦਾ ਜੀ, ਤੇਜ਼ ਅੱਖਾਂ ਨਾਲ ਸਾਰਾ ਰਸਤਾ ਦੇਖਦੀ ਜਾ ਰਹੀ ਸੀ। ਸੂਨ ਦੇ ਰੀਚ ਦ ਵੈਲੀ, ਹਾਂਜੀ ਵੈਲੀ ਨੋਟ ਕਰੋ ਜੀ। ਵੈਲੀ ਕੀ ਹੁੰਦਾ, ਇੱਕ ਹਰੀ ਭਰੀ ਘਾਟੀ, ਹਰੀ ਭਰੀ ਘਾਟੀ। ਹਾਂਜੀ ਕਲੀਅਰ ਹੈ ਜੀ। ਉਸ ਤੋਂ ਬਾਅਦ ਕੀ ਹੋਇਆ, ਤਾਂ ਈਗਲ ਹੈ ਜਿਹੜੀ ਸਾਰਾ ਰਸਤਾ ਦੇਖਦੀ ਜਾ ਰਹੀ ਸੀ ਆਪਣੀ ਸ਼ਾਰਪ ਆਈਜ਼ ਦੇ ਨਾਲ। ਸੂਨ ਦੇ ਰੀਚ ਦ ਵੈਲੀ, ਜਲਦੀ ਉਹ ਇੱਕ ਘਾਟੀ ਵਿੱਚ ਪਹੁੰਚੇ। ਉੱਥੇ ਉਹਨਾਂ ਨੂੰ ਇੱਕ ਸ਼ੀਪ ਕੀ ਹੁੰਦਾ ਜੀ, ਭੇੜ, ਉੱਥੇ ਉਹ ਇੱਕ ਭੇੜ ਨੂੰ ਮਿਲੇ। ਵਿਲ ਯੂ ਜੁਆਇਨ ਅਸ ਇਨ ਅ ਟ੍ਰੈਜਰ ਹੰਟ ਐਂਡ ਕੀਪ ਅਸ ਵਾਰਮ ਵੈਨ ਇਟਸ ਕੋਲਡ, ਸਾਗਰ ਆਸਕਡ ਦ ਸ਼ੀਪ। ਸਾਗਰ ਨੇ ਸ਼ੀਪ ਨੂੰ ਪੁੱਛਿਆ ਕਿ ਤੂੰ ਖਜ਼ਾਨਾ ਲੱਭਣ ਵਿੱਚ ਸਾਡੀ ਹੈਲਪ ਕਰੇਗਾ, ਅਤੇ ਜਦੋਂ ਠੰਡ ਹੋਈ ਤੂੰ ਸਾਨੂੰ ਵਾਰਮ ਰੱਖੇਂਗਾ, ਕਿਉਂਕਿ ਸ਼ੀਪ ਤੋਂ ਸਾਨੂੰ ਉੱਨ ਮਿਲਦੀ ਹੁੰਦੀ ਹੈ ਜੀ। ਕਲੀਅਰ ਹੈ ਜੀ। ਹਾਂਜੀ ਨੋਟ ਕਰ ਲਓ ਜੀ, ਇੱਥੇ ਵਰਡ ਵਾਰਮ ਨੋਟ ਕਰ ਲਓ। ਵਾਰਮ ਕੀ ਹੁੰਦਾ ਜੀ, ਨਿੱਘ, ਗਰਮਾਹਟ। ਦ ਸ਼ੀਪ ਅਗਰੀਡ, ਸ਼ੀਪ ਹੈ ਜਿਹੜਾ ਮੰਨ ਗਿਆ। ਜੁਆਇਨ ਦ ਲਾਈਨ ਈਗਲ ਐਂਡ ਸਾਗਰ, ਅਤੇ ਉਹਨੇ ਉਹਨੂੰ ਜੁਆਇਨ ਕਰ ਲਿਆ ਜੀ ਸ਼ੀਪ ਨੇ। ਹਾਂਜੀ ਨੈਕਸਟ ਹੈ, ਹਾਂਜੀ ਸਟੋਰੀ ਦੇ ਵਿੱਚ ਹਾਲੇ ਤੱਕ 4 ਨੇਮ ਆ ਚੁੱਕੇ ਨੇ ਜੀ, ਸਾਗਰ, ਲਾਇਨ, ਈਗਲ, ਸ਼ੀਪ। 4 ਦੇ 4 ਜਾਣੇ ਹੈ ਜਿਹੜੇ ਖਜ਼ਾਨਾ ਲੱਭਣ ਜਾ ਰਹੇ ਨੇ। ਕਲੀਅਰ ਹੈ ਜੀ ਗੱਲ। ਹਾਂਜੀ ਅੱਗੇ ਵਧਾਂਗੇ ਜੀ ਆਪਾਂ ਪਲੀਜ਼। ਦ ਸ਼ੀਪ ਨੇ ਐਗਰੀ ਕਰ ਲਿਆ। ਸ਼ੀਪ ਨੇ ਕਿਹਾ ਮੈਂ ਵੀ ਤੁਹਾਡੇ ਨਾਲ ਚੱਲਾਂਗਾ। ਅ ਕੋਲਡ ਵਿੰਡ ਸਵੈਪਟ ਅਕਰੋਸ ਦ ਵੈਲੀ, ਪੂਰੇ ਉਸ ਘਾਟੀ ਦੇ ਵਿੱਚ ਠੰਡੀ ਹਵਾ ਚੱਲ ਰਹੀ ਸੀ। ਠੀਕ ਹੈ, ਕੀ ਚੱਲ ਰਿਹਾ ਸੀਗਾ ਜੀ, ਠੰਡੀ ਹਵਾ ਚੱਲ ਰਹੀ ਸੀ। ਦੇ all huddled against the sheep, ਦੇਖੋ ਉਰੇ ਹਡਲ ਵਰਡ ਨੋਟ ਕਰੋ ਜੀ। ਹਡਲ ਕੀ ਹੁੰਦਾ ਜੀ, ਗਲੇ ਮਿਲਣਾ, ਠੀਕ ਹੈ, ਇਕੱਠੇ ਹੋ ਜਾਣਾ। ਸਾਰੇ ਕਿਹਦੇ ਨਾਲ ਜੁੜ ਕੇ ਇਕੱਠੇ ਹੋ ਗਏ, ਸ਼ੀਪ ਨਾਲ, ਕਿਉਂਕਿ ਸ਼ੀਪ 'ਤੇ ਉੱਨ ਲੱਗੀ ਹੁੰਦੀ ਹੈ, ਉੱਨ ਗਰਮ ਹੁੰਦੀ ਹੈ। ਦੇ all huddled against the sheep, ਸਾਰੇ ਉਸ ਸ਼ੀਪ ਨਾਲ ਜੁੜ ਕੇ ਖੜ ਗਏ। who kept them warm, ਜਿਸ ਨੇ ਉਸ ਨੂੰ ਨਿੱਘ ਦਿੱਤੀ। ਐਂਡ ਕੋਜ਼ੀ, ਅਤੇ ਉਹਨਾਂ ਨੇ ਬਹੁਤ ਜ਼ਿਆਦਾ ਗਰਮਾਹਟ ਫੀਲ ਕੀਤੀ ਜੀ। ਹਾਂਜੀ ਕੋਜ਼ੀ ਨੋਟ ਕਰ ਲਓ ਜੀ। ਇਹਨਾਂ ਸਾਰਿਆਂ ਦੇ ਮੀਨਿੰਗ ਤੁਹਾਨੂੰ ਦੇਵਾਂਗੇ, ਨੈਕਸਟ ਵੀਡੀਓ ਜ਼ਰੂਰ ਦੇਖਿਓ। ਨੈਕਸਟ ਵੀਡੀਓ ਦੇ ਵਿੱਚ ਸਾਰੇ ਪੰਜਾਬੀ ਦੇ ਵਰਡ ਆਉਣਗੇ, ਇੰਗਲਿਸ਼ ਦਾ ਵਰਡ, ਇੰਗਲਿਸ਼ ਦੀ ਪੰਜਾਬੀ, ਇੰਗਲਿਸ਼ ਦਾ ਵਰਡ, ਇੰਗਲਿਸ਼ ਦੀ ਪੰਜਾਬੀ। ਜਿੰਨੇ ਵਰਡ ਵੀ ਤੁਹਾਨੂੰ ਨੋਟ ਕਰਾਏ, ਇੱਦਾਂ ਨਹੀਂ ਕਰਾਏ, ਸਾਰਿਆਂ ਦੇ ਮੀਨਿੰਗ ਆਉਣਗੇ। ਦ 4 ਫਾਈਨਲੀ ਰੀਚ ਦ ਡੈਜ਼ਰਟ, ਚਾਰੋਂ ਦੇ ਚਾਰੋਂ ਕਿੱਥੇ ਪਹੁੰਚੇ ਜੀ, ਡੈਜ਼ਰਟ 'ਤੇ ਪਹੁੰਚੇ। ਜਦੋਂ ਡੈਜ਼ਰਟ 'ਤੇ ਪਹੁੰਚੇ, ਡੈਜ਼ਰਟ ਹੁੰਦਾ ਰਤੀਲਾ ਥਾਂ, ਮਾਰੂਥਲ। ਜਦੋਂ ਡੈਜ਼ਰਟ 'ਤੇ ਪਹੁੰਚੇ, ਉਹ ਉੱਥੇ ਚੱਲ ਨਹੀਂ ਸਕਦੇ ਸੀਗੇ, ਰੇਤ ਵਿੱਚ ਚੱਲਣਾ ਬਹੁਤ ਔਖਾ ਹੁੰਦਾ। ਤਾਂ ਉੱਥੇ ਉਹਨਾਂ ਨੂੰ 5ਵਾਂ ਕਰੈਕਟਰ ਮਿਲਿਆ ਜਿਸ ਦਾ ਨਾਮ ਸੀ ਕੈਮਲ। ਜਦੋਂ ਉਹ ਕੈਮਲ ਨੂੰ ਮਿਲੇ ਤਾਂ ਉਹਨਾਂ ਨੇ ਸੋਚਿਆ ਕੈਮਲ ਨੂੰ ਵੀ ਆਪਣਾ ਫਰੈਂਡ ਬਣਾ ਲੈਂਦੇ ਹਾਂ, ਅਤੇ ਕੈਮਲ ਸਾਨੂੰ ਰੇਤ ਵਿੱਚ ਚੱਲਣ ਦੇ ਵਿੱਚ ਹੈਲਪ ਕਰੇਗਾ। ਅਤੇ ਉਹਨਾਂ ਨੇ ਕੈਮਲ ਨੂੰ ਕਿਹਾ ਕਿ ਤੈਨੂੰ ਤਾਂ ਡੈਜ਼ਰਟ ਦਾ ਜਹਾਜ਼ ਕਿਹਾ ਜਾਂਦਾ ਹੈ, ਯੂ ਆਰ ਕੋਲਡ ਦ ਡੈਜ਼ਰਟ ਆਫ ਦ ਸ਼ਿਪ ਆਫ ਦ ਡੈਜ਼ਰਟ, ਵਿਲ ਯੂ ਜੁਆਇਨ ਅ ਟ੍ਰੈਜ਼ਰ ਹੰਟ, ਕਿ ਤੂੰ ਸਾਡੇ ਨਾਲ ਖਜ਼ਾਨਾ ਲੱਭਣ ਚੱਲੇਗਾ ਅਤੇ ਸਾਨੂੰ ਡੈਜ਼ਰਟ ਕ੍ਰੋਸ ਕਰਨ ਦੇ ਵਿੱਚ ਹੈਲਪ ਕਰੇਗਾ, ਹੈਲਪ ਅਸ ਟੂ ਗੈਟ ਅਕਰੋਸ ਦ ਡੈਜ਼ਰਟ। ਸਾਗਰ ਨੇ ਕੈਮਲ ਨੂੰ ਇਹ ਪੁੱਛ ਲਿਆ। ਦ ਕੈਮਲ ਐਗਰੀਡ, ਕੈਮਲ ਮੰਨ ਗਿਆ। ਦ ਲਾਇਨ, ਦ ਸ਼ੀਪ, ਦ ਸਾਗਰ ਮਾਊਂਟਡ ਦ ਕੈਮਲ, ਸਾਰੇ ਜਾਣੇ ਕੈਮਲ ਦੇ ਉੱਪਰ ਚੜ੍ਹ ਗਏ। ਐਂਡ ਸੈਟ ਆਫ ਹੈਪਲੀ ਅਕਰੋਸ ਦ ਵਾਸਟ ਡੈਜ਼ਰਟ, ਅਤੇ ਉਹਨਾਂ ਨੇ ਵਾਸਟ ਡੈਜ਼ਰਟ, ਉਸ ਵੱਡੇ ਮਾਰੂਥਲ ਨੂੰ ਪਾਰ ਕਰਨ ਦੇ ਲਈ ਉਹ ਖੁਸ਼ੀ ਖੁਸ਼ੀ ਚੱਲ ਪਏ। ਈਗਲ ਹੈ ਜਿਹੜੀ ਉਹ ਉੱਪਰ ਉੱਡ ਰਹੀ ਸੀ, ਉਹ ਰਸਤਾ ਦੱਸ ਰਹੀ ਸੀ ਉਹਨਾਂ ਨੂੰ, ਇੱਧਰ ਜਾਣਾ ਇੱਧਰ ਜਾਣਾ। ਈਗਲ ਹੈ ਜਿਹੜੀ ਉਹ ਉਹਨਾਂ ਨੂੰ ਗਾਈਡ ਕਰਦੀ ਰਹੀ। ਦ ਕੈਮਲ ਬਿਗੇਨ ਗੈਲਪਿੰਗ, ਹਾਂਜੀ ਗੈਲਪਿੰਗ ਨੋਟ ਕਰ ਲਓ। ਹਾਥੀ ਅਤੇ ਕੈਮਲ ਦੇ ਪੈਰ ਰੱਖਣ ਨੂੰ ਆਪਾਂ ਕਹਿੰਦੇ ਹਾਂ ਗੈਲਪਿੰਗ, ਠੀਕ ਹੈ। ਗੈਲਪਿੰਗ ਕੀ ਹੁੰਦਾ ਹੈ, ਕੈਮਲ ਦੇ ਚੱਲਣ ਨੂੰ ਆਪਾਂ ਕਹਿੰਦੇ ਹਾਂ ਗੈਲਪਿੰਗ। ਜਿੱਦਾਂ ਆਪਾਂ ਕੀ ਕਰਦੇ ਹਾਂ, ਵੋਕ, ਠੀਕ ਹੈ, ਉਹ ਵੋਕ ਨਹੀਂ ਕਰਦਾ, ਉਹ ਗੈਲਪਿੰਗ ਕਰਦਾ। ਦ ਕੈਮਲ ਬਿਗੈਨ ਗੈਲਪਿੰਗ, ਉਸ ਊਂਠ ਨੇ ਆਪਣੇ ਕਦਮ ਪੁੱਟਣੇ ਸ਼ੁਰੂ ਕੀਤੇ ਜੀ। ਹਾਂਜੀ ਦੇਖੋ ਜੀ ਪਲੀਜ਼। ਦ ਈਗਲ ਕੈਪਟ ਗਾਈਡਿੰਗ ਦੈਮ, ਈਗਲ ਹੈ ਜਿਹੜੀ ਉਹਨਾਂ ਨੂੰ ਗਾਈਡ ਕਰ ਰਹੀ ਸੀ। ਦ ਕੈਮਲ ਬਿਗੈਨ ਗੈਲਪਿੰਗ, ਕੈਮਲ ਨੇ ਤੁਰਨਾ ਸ਼ੁਰੂ ਕੀਤਾ। ਕ੍ਰੋਸਿੰਗ ਦ ਡੈਜ਼ਰਟ ਔਨ ਦ ਕੈਮਲਸ ਬੈਕ ਵਾਜ਼ ਥ੍ਰਿਲਿੰਗ, ਮਾਰੂਥਲ ਨੂੰ ਪਾਰ ਕਰਨਾ, ਕੈਮਲ 'ਤੇ ਬੈਠ ਕੇ ਮਾਰੂਥਲ ਨੂੰ ਪਾਰ ਕਰਨਾ ਸੱਚਮੁੱਚ ਹੀ ਬੜਾ
ਇੰਜੋਏਬਲ ਸੀ, ਸੱਚਮੁੱਚ ਹੀ ਬੜਾ ਥ੍ਰਿਲਿੰਗ ਸੀਗਾ। ਹਾਂਜੀ, ਥ੍ਰਿਲਿੰਗ ਕੀ ਹੁੰਦਾ ਜੀ? ਸ਼ਾਨਦਾਰ ਸੀਗਾ ਜੀ। ਠੀਕ ਹੈ ਜੀ, ਸ਼ਾਨਦਾਰ। ਦ ਫਾਈਵ ਫਾਈਨਲੀ ਰੀਚ ਦ ਓਸ਼ਨ, ਪੰਜ ਦੇ ਪੰਜ ਜਾਣੇ ਓਸ਼ਨ ਤੇ ਪਹੁੰਚੇ। ਵੇਅਰ ਦੇ ਮੈਟ ਅ ਟਰਟਲ, ਹਾਂਜੀ ਜਦੋਂ ਓਸ਼ਨ ਪਹੁੰਚੇ, ਕਿੱਥੇ ਪਹੁੰਚੇ? ਓਸ਼ਨ ਕੀ ਹੁੰਦਾ ਜੀ? ਮਹਾਸਾਗਰ। ਕੀ ਹੁੰਦਾ? ਮਹਾਸਾਗਰ। ਓਸ਼ਨ ਨੋਟ ਕਰ ਲਓ ਜੀ। ਅੱਗੇ ਨੋਟ ਕਰ, ਉਹਨਾਂ ਨੂੰ ਇੱਕ ਕਛੂਆ ਮਿਲਿਆ। ਕਿੱਥੇ ਮਿਲਿਆ ਉਹਨੂੰ? ਕਛੂਏ ਨੂੰ ਮਿਲੇ। ਦੇ ਮੈਟ ਅ ਟਰਟਲ, ਕੈਨ ਯੂ ਹੈਲਪ ਅਸ ਟੂ ਕ੍ਰੋਸ ਦ ਓਸ਼ਨ, ਉਹਨਾਂ ਨੇ ਪੁੱਛਿਆ ਕੀ ਤੂੰ ਸਾਡੀ ਹੈਲਪ ਕਰ ਸਕਦਾ ਹੈ ਇਸ ਓਸ਼ਨ ਨੂੰ ਕ੍ਰੋਸ ਕਰਨ ਦੇ ਵਿੱਚ? ਵੀ ਆਰ ਔਨ ਅ ਟ੍ਰੈਜ਼ਰ ਹੰਟ, ਅਸੀਂ ਖਜ਼ਾਨਾ ਲੱਭਣ ਜਾ ਰਹੇ ਹਾਂ। ਸੈਡ ਸਾਗਰ ਟੂ ਦ ਟਰਟਲ, ਸਾਗਰ ਨੇ ਉਸ ਕਛੂਏ ਨੂੰ ਵੀ ਆਪਣਾ ਫਰੈਂਡ ਬਣਾ ਲਿਆ। ਦ ਟਰਟਲ ਐਗਰੀਡ ਐਂਡ ਜੁਆਇਨ ਦ ਲਾਈਨ, ਟਰਟਲ ਐਗਰੀ ਹੋ ਗਿਆ ਅਤੇ ਉਸਨੇ ਲੁਆਇਨ, ਈਗਲ, ਸ਼ੀਪ, ਕੈਮਲ, ਸਾਗਰ ਨੂੰ ਜੁਆਇਨ ਕਰ ਲਿਆ। ਦ ਰਫ ਵੇਵਸ ਆਲਮੋਸਟ ਡਰੋਨ ਦੈਮ, ਉੱਥੇ ਜਿਹੜੀਆਂ ਲਹਿਰਾਂ, ਹਾਂਜੀ ਵੇਵਸ ਨੋਟ ਕਰ ਲਓ ਜੀ। ਵੇਵਸ ਕੀ ਹੁੰਦਾ ਜੀ? ਲਹਿਰਾਂ। ਹਾਂਜੀ ਵੇਵਸ ਕੀ ਹੁੰਦਾ ਜੀ? ਲਹਿਰਾਂ। ਕਲੀਅਰ ਹੈ ਜੀ? ਜਿਹੜੀਆਂ ਲਹਿਰਾਂ ਸੀ, ਲਹਿਰਾਂ ਨੇ ਆਲਮੋਸਟ ਉਹਨਾਂ ਨੂੰ ਡਰਾਊਨ ਕਰਤਾ ਸੀ। ਡਰਾਊਨ ਕੀ ਹੁੰਦਾ ਜੀ? ਡੁਬੋਣਾ। ਲਹਿਰਾਂ ਨੇ ਆਲਮੋਸਟ ਉਹਨਾਂ ਨੂੰ ਡੁਬੋਤਾ ਸੀ। ਬਟ ਟਰਟਲ ਸੀ ਜਿਹੜਾ, ਉਹ ਬਹੁਤ ਹੀ ਜ਼ਿਆਦਾ ਸਮਝ ਨਾਲ ਸਵਿਮਿੰਗ ਕਰ ਰਿਹਾ ਸੀਗਾ, ਸਕਿੱਲਫੁਲੀ ਸਵਿਮਿੰਗ ਕਰ ਰਿਹਾ ਸੀ। ਐਂਡ ਟੁੱਕ ਦਮ ਅਕਰੋਸ ਦ ਓਸ਼ਨ, ਅਤੇ ਉਸ ਨੂੰ ਓਸ਼ਨ ਤੋਂ ਪਰਾਂ ਲੈ ਗਿਆ ਸੀ। ਦ ਸਿਕਸ ਆਫ ਦੈਮ ਮੈਟ ਐਨ ਓਲ, 6 ਦੇ 6 ਫਿਰ ਜਾ ਕੇ ਕਿਸ ਨੂੰ ਮਿਲੇ? ਇੱਕ ਆਊਲ ਨੂੰ ਮਿਲੇ। ਔਨ ਦ ਅਦਰ ਸਾਈਡ, ਠੀਕ ਹੈ ਜੀ। ਜਦੋਂ ਦੂਜੇ ਪਾਸੇ ਪਹੁੰਚੇ ਹੋ, ਮਤਲਬ ਕ੍ਰੋਸ ਕਰਕੇ, ਓਸ਼ਨ ਨੂੰ ਕ੍ਰੋਸ ਕਰਕੇ ਦੂਜੇ ਪਾਸੇ ਪਹੁੰਚੇ, ਉੱਥੇ ਜਾ ਕੇ ਆਊਲ ਨੂੰ ਮਿਲੇ, ਇੱਕ ਉੱਲੂ ਨੂੰ ਮਿਲੇ। 6 ਦੇ 6 ਜਾਣੇ। ਉਹ ਬੜਾ ਬਜ਼ੁਰਗ ਸੀਗਾ। ਦ ਓਲਡ ਆਊਲ ਸਪੋਕ ਫਰੋਮ ਹਿਜ਼ ਏਨਸ਼ੀਅੰਟ ਵਿਜ਼ਡਮ, ਉਸਨੇ ਆਪਣੀ ਪੁਰਾਣੀ ਸਮਝ ਦੇ ਨਾਲ, ਆਪਣੀ ਬਹੁਤ ਹੀ ਜ਼ਿਆਦਾ ਸਿਆਣਪ ਦੇ ਨਾਲ, ਵਿਜ਼ਡਮ ਨੋਟ ਕਰ ਲਓ। ਵਿਜ਼ਡਮ ਹੁੰਦਾ ਜੀ ਸਿਆਣਪ। ਕੰਗ੍ਰੈਚੁਲੇਸ਼ਨਸ, ਉਹਨੇ ਕਿਹਾ ਬਹੁਤ ਬਹੁਤ ਵਧਾਈਆਂ। ਯੂ ਹੈਵ ਫਾਊਂਡ ਟ੍ਰੈਜ਼ਰ, ਤੁਸੀਂ ਖਜ਼ਾਨਾ ਲੱਭ ਲਿਆ ਹੈ। ਸਾਰਿਆਂ ਨੇ ਸਰਪ੍ਰਾਈਜ਼ਲੀ ਪੁੱਛਿਆ ਕਿੱਥੇ ਹੈ? ਵੇਅਰ ਇਜ਼ ਇਟ? ਦੇ ਆਲ ਆਸਕ ਇਨ ਸਰਪ੍ਰਾਈਜ਼। ਟੁਗੈਦਰ ਯੂ ਹੈਵ ਕ੍ਰੋਸ ਦ ਫੋਰੈਸਟ, ਇਕੱਠੇ ਹੋ ਕੇ ਤੁਸੀਂ ਜੰਗਲ ਲੰਘ ਆਏ, ਪਹਾੜ ਚੜ੍ਹ ਆਏ, ਮਾਰੂਥਲ ਟੱਪਿਆ ਏ, ਓਸ਼ਨ ਨੂੰ ਕ੍ਰੋਸ ਕਰ ਲਿਆ ਤੁਸੀਂ। ਸਵਮ ਅਕਰੋਸ ਦ ਓਸ਼ਨ, ਤੁਸੀਂ ਇਕੱਲੇ ਹੋ ਕੇ ਕਦੇ ਨਹੀਂ ਕਰ ਸਕਦੇ ਸੀ। ਯੂ ਕੁਡ ਨੈਵਰ ਹੈਵ ਡਨ ਇਟ ਵਿਦਾਊਟ ਦ ਹੈਲਪ ਆਫ ਦ ਅਨਦਰ, ਇੱਕ ਦੂਜੇ ਦੀ ਹੈਲਪ ਤੋਂ ਬਿਨਾਂ ਕਦੇ ਨਹੀਂ ਹੋ ਸਕਦਾ ਸੀ, ਉਸ ਆਊਲ ਨੇ ਕਿਹਾ। ਦੇ ਆਲ ਲੁਕਡ ਐਟ ਵਨ ਅਨਦਰ, ਉਹਨਾਂ ਨੇ ਇੱਕ ਦੂਜੇ ਵੱਲ ਦੇਖਿਆ ਅਤੇ ਰਿਅਲਾਈਜ਼ ਕੀਤਾ ਸਹੀ ਗੱਲ ਹੈ, ਆਊਲ ਬਹੁਤ ਹੀ ਜ਼ਿਆਦਾ ਸਹੀ ਕਹਿ ਰਿਹਾ ਸੀਗਾ। ਕਈ ਵਾਰ ਐਸੇ ਕੰਮ ਹੁੰਦੇ ਨੇ ਜੋ ਆਪਾਂ ਇਕੱਲੇ ਨਹੀਂ ਕਰ ਸਕਦੇ, ਉਹਦੇ ਵਾਸਤੇ ਦੋਸਤੀ ਦੀ ਜਾਂ ਉਹਦੇ ਵਾਸਤੇ ਇੱਕ ਟੀਮ ਦੀ ਲੋੜ ਪੈਂਦੀ ਹੈ। ਉਹਨਾਂ ਨੂੰ ਸੱਚੀ ਦੋਸਤੀ ਮਿਲ ਗਈ ਸੀ। ਦੇ ਹੈਡ ਫਾਊਂਡ ਫਰੈਂਡਸ਼ਿਪ, ਸੱਚਮੁੱਚ ਇੰਡੀਡ ਦੇ ਹੈਡ ਫਾਊਂਡ ਦ ਗ੍ਰੇਟੈਸਟ ਟ੍ਰੈਜ਼ਰ ਐਵਰ, ਉਹਨਾਂ ਨੂੰ ਬਹੁਤ ਵੱਡਾ ਖਜ਼ਾਨਾ ਮਿਲ ਗਿਆ ਸੀ ਕਿ ਸਾਨੂੰ ਇਕੱਠੇ ਰਹਿਣਾ ਚਾਹੀਦਾ ਹੈ। ਕਿੱਦਾਂ? ਕੈਮਲ ਨੂੰ, ਈਗਲ ਨੂੰ, ਬੰਦਿਆਂ ਨੂੰ, ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ ਹੈ, ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ। ਸਟੋਰੀ ਵਿੱਚ ਸਾਨੂੰ ਇਹੀ ਸਿੱਖਣ ਨੂੰ ਮਿਲਿਆ ਹੈ। ਬਹੁਤ ਸਾਰੇ ਵਰਡ ਹੈ, ਹੁਣ ਆਪਾਂ ਇਹਦੀਆਂ ਐਕਟੀਵਿਟੀਜ਼ ਸਾਰੀਆਂ ਕਰਾਂਗੇ ਜੀ ਪਲੀਜ਼। ਠੀਕ ਹੈ ਜੀ। ਇਹ ਨਾ 4 ਪਿਕਚਰਸ ਦੇ ਰੱਖੀਆਂ, 4 ਪਿਕਚਰਸ ਦੇ ਮੁਤਾਬਿਕ ਡੋਂਟ ਸਪੀਕ ਪਲੀਜ਼। 4 ਪਿਕਚਰਸ ਦੇ ਮੁਤਾਬਿਕ ਮੈਨੂੰ ਐਂ ਦੱਸ ਦਿਓ ਜੀ, ਪਹਿਲੀ ਪਿਕਚਰ ਕਿਹਦੀ ਹੈ ਜੀ? ਡੈਂਸ ਫੋਰੈਸਟ ਦੀ ਹੈ ਜੀ, ਗ੍ਰੀਨ ਵਾਲੀ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਗੈਲਪਿੰਗ ਕੈਮਲ, ਕੈਮਲ ਦੀ ਟਰਟਲ ਵੀ ਦੇਖ ਸਕਦੇ ਹੋ, ਅਤੇ ਕ੍ਰੈਗੀ ਮਾਊਂਟੇਨਸ ਵੀ ਦੇਖ ਸਕਦੇ ਹੋ ਜੀ। ਉਬੜ ਖਾਬੜ ਮਾਊਂਟੇਨ ਨੇ, ਸਿੱਧੇ ਮਾਊਂਟੇਨ ਤੋਂ ਰਸਤਾ ਨਹੀਂ ਬਣਿਆ ਹੋਇਆ, ਇਹਨਾਂ ਨੂੰ ਪਾਰ ਕਰਨਾ ਔਖਾ ਹੁੰਦਾ ਹੈ। ਕਲੀਅਰ ਹੈ ਜੀ। ਹੁਣ ਆਪਾਂ what is meant by the bold words in the following sentences? The first one has been done for you. The eagle agreed and joined the two. The word two refers to the lion and sagar. ਸਾਰੀਆਂ ਐਕਟੀਵਿਟੀਜ਼ ਆਪਾਂ ਐਕਟੀਵਿਟੀ 3, 4 ਜਿੰਨੀਆਂ ਵੀ ਬੁੱਕ ਦੇ ਵਿੱਚ ਐਕਟੀਵਿਟੀਜ਼ ਹੈ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਹਨੂੰ ਕਰਾਂਗੇ। ਕਲੀਅਰ ਹੈ ਜੀ।